ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵਾਂ ਸਾਲ ਆਉਣ ਵਾਲਾ ਹੈ ਔਰ ਨਵੇਂ ਸਾਲ ਦੀ ਐਡਵਾਂਸ ਦੇ ਵਿੱਚ ਮੇਰੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਔਰ ਨਵਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ, ਇਹੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ। ਔਰ ਸਾਰੀ ਦੁਨੀਆ ਦਾ ਭਲਾ ਹੋਵੇ, ਸਭ ਨੂੰ ਸੱਚੇ ਪਾਤਸ਼ਾਹ ਖੁਸ਼ੀਆਂ ਮਿਲਣ। ਔਰ ਅਸੀਂ ਸਾਡੇ ਜਿਹੜੇ ਕਿਸਾਨ ਵੀਰ ਮਜ਼ਦੂਰ ਸਾਰੇ ਦੇਸ਼ ਦੇ ਜੋ ਦਿੱਲੀ ਦੇ ਵਿੱਚ ਡਟੇ ਬੈਠੇ ਨੇ, ਅਸੀਂ ਬੇਨਤੀ ਕਰਦੇ ਹਾਂ, ਸਤਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਹੇ ਸੱਚੇ ਪਾਤਸ਼ਾਹ ਸਾਡੇ ਜਿਹੜੇ ਕਿਸਾਨ ਵੀਰ ਨੇ ਸਾਰੇ ਜਿੱਤ ਪ੍ਰਾਪਤ ਕਰਕੇ ਆਉਣ। ਔਰ ਇਹ ਜੋ ਇਹਨਾਂ ਨੇ ਸਿਲਸਿਲਾ ਚਲਾਇਆ ਹੈ ਨਾ ਤੋਮਰ ਸਾਹਿਬ ਨੇ ਔਰ ਮੋਦੀ ਸਾਹਿਬ ਨੇ, ਪਹਿਲੀ ਗੱਲ ਤਾਂ ਮੋਦੀ ਸਾਹਿਬ ਜਦੋਂ ਤੁਸੀਂ ਵੋਟਾਂ ਲੈਣੀਆਂ ਸੀ ਸਾਡੇ ਕੋਲੋਂ ਉਦੋਂ ਤੇ ਬੜਾ ਭੱਜ ਕੇ ਆਉਂਦੇ ਸੀ, ਬੜਾ ਭੱਜ ਕੇ ਸਾਡੇ ਲੋਕਾਂ ਦੇ ਵਿੱਚ ਆ ਕੇ ਸਪੀਚਾਂ ਕਰਦੇ ਸੀ। ਅੱਜ ਸਾਡੇ ਲੋਕਾਂ ਦਾ ਤੁਹਾਨੂੰ ਪਤਾ ਨਹੀਂ ਕਿ ਸਾਡੇ ਲੋਕ ਕੀ ਕਰ ਰਹੇ ਨੇ, ਕਿਵੇਂ ਮਰ ਰਹੇ ਨੇ। ਸਾਡੇ ਜਿਹੜੇ 50 ਤੋਂ ਨੇੜੇ ਕਿਸਾਨ ਸਾਡੇ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ। ਔਰ ਤੁਹਾਨੂੰ ਕਿਸੇ ਜਰਾ ਜਿੰਨਾ ਵੀ ਸਾਡੇ ਕਿਸਾਨਾਂ ਦਾ ਕੋਈ ਦੁੱਖ ਨਹੀਂ ਹੈ। ਔਰ ਜੇ ਅਗਰ ਤੁਹਾਨੂੰ ਸਾਡੇ ਕਿਸਾਨਾਂ ਦਾ ਦੁੱਖ ਹੁੰਦਾ ਤਾਂ ਤੁਸੀਂ ਇਕੱਲੇ ਅਡਾਨੀਆਂ ਅੰਬਾਨੀਆਂ ਦੇ ਨੂੰ ਸਾਡਾ ਸਾਰਾ ਦੇਸ਼ ਵੇਚ ਕੇ ਸਾਡੇ ਨਾਲ ਏਡਾ ਵੱਡਾ ਧੋਖਾ ਨਹੀਂ ਸੀ ਕਰਨਾ ਚਾਹੀਦਾ ਤੁਹਾਨੂੰ। ਪਰ ਮੋਦੀ ਸਾਹਿਬ ਦੇਸ਼ ਜਿਹੜਾ ਦੇਸ਼ ਦੇ ਜੇ ਰਾਜਾ ਬਣਦਾ ਹੈ ਨਾ ਜੋ ਦੇਸ਼ ਦਾ, ਉਹਨੂੰ ਪ੍ਰਜਾ ਦੀ ਜੋ ਵੀ ਫਿਕਰ ਹੋਣੀ ਚਾਹੀਦੀ ਹੈ, ਨਾ ਕਿ ਤੁਸੀਂ ਸਾਡੀ ਪ੍ਰਜਾ ਨੂੰ ਮਾਰ ਕੇ ਇੱਕ ਦੋ ਬੰਦਿਆਂ ਨੂੰ ਸਾਰੇ ਦੇਸ਼ ਦੇ ਜੋ ਵੀ ਸਾਰਾ ਕੁਝ ਦੇਸ਼ ਦਾ ਉਹਨਾਂ ਦੇ ਹਵਾਲੇ ਕਰਨਾ ਚਾਹੁੰਦੇ ਹੋ। ਉਹਨਾਂ ਕੋਲੇ ਅੱਗੇ ਭੁੱਖ ਹੈ। ਜਿਹੜੀ ਅਡਾਨੀ ਦੀ ਅੰਬਾਨੀ ਦੀ ਘਰ ਵਾਲੀ 3 ਕਰੋੜ 326 ਕਰੋੜ ਰੁਪਈਆ ਆਪਣੇ ਜਨਮ ਦਿਨ ਤੇ ਖਰਚ ਕਰਦੀ ਹੈ। ਔਰ ਮੋਦੀ ਸਾਹਿਬ ਥੱਲੇ ਲੋਕਾਂ ਕੋਲੇ ਰੋਟੀ ਖਾਣ ਨੂੰ ਪੈਸਾ ਹੈ ਨਹੀਂ। ਜੋ ਹਾਲਾਤ ਤੁਸੀਂ ਬਣਾ ਦਿੱਤੇ ਨੇ ਇਹਨਾਂ 6 ਸਾਲਾਂ ਦੇ ਵਿੱਚ, ਔਰ ਬੜਾ ਦੇਸ਼ ਦਾ ਜਿਹੜਾ ਅੱਗੇ ਲਿਜਾਣ ਦੀ ਬਜਾਏ ਤੁਸੀਂ ਦੇਸ਼ ਨੂੰ ਇਹੋ ਜਿਹੀ ਨਿਗਾਰ ਵੱਲ ਧੱਕ ਦਿੱਤਾ ਹੈ ਕਿ ਕਈ ਸਾਲ ਦੇਸ਼ ਜਿਹੜਾ ਹੈ ਉਹ ਲੀਹ ਤੇ ਆਉਣਾ ਮੁਸ਼ਕਲ ਹੋ ਗਿਆ। ਹਰ ਵਰਗ ਦੁਖੀ ਹੋ ਗਿਆ ਤੁਹਾਡੇ ਕੋਲੋਂ, ਹਰ ਵਰਗ। ਕੀ ਹੋਇਆ ਜੇ ਅਡਾਨੀ ਅੰਬਾਨੀ ਹਣੀ ਜਾ ਕੇ ਤੁਹਾਡੀਆਂ ਆਪਦੀਆਂ ਬੀਬੀਆਂ ਨਾਲ ਤੁਹਾਡੇ ਹੱਥ ਮਿਲਾਉਂਦੇ ਨੇ, ਉਹਨਾਂ ਨਾਲ ਹੱਥ ਮਿਲਾ ਕੇ ਤੁਸੀਂ ਤੇ ਉਹਨੂੰ ਸਾਡੇ ਦੇਸ਼ ਨੂੰ ਬਰਬਾਦ ਕਰ ਦਿੱਤਾ। ਔਰ ਉਹਨਾਂ ਨੂੰ ਵੀ ਜੋ ਕੁਝ ਹੈਗਾ ਸਭ ਕੁਝ ਲੁੱਟ ਕੇ ਉਹਨਾਂ ਨੂੰ ਦੇਣਾ ਚਾਹੁੰਦੇ ਹੋ। ਕੋਈ ਗੱਲ ਨਹੀਂ, ਹੱਥ ਤੁਸੀਂ ਮਿਲਾਇਆ ਉਹਦੇ ਨਾਲ ਔਰ ਝੁੱਕ ਕੇ ਪ੍ਰਣਾਮ ਕਰਦੇ ਹੋ, ਉਹਨਾਂ ਨੂੰ ਝੁੱਕ ਕੇ ਪ੍ਰਣਾਮ ਕਰਦੇ ਹੋ। ਵਾਕਈ ਤੁਸੀਂ ਚੌਂਕੀਦਾਰ ਹੋ, ਮਾਲਕ ਤੁਹਾਡੇ ਉਹ ਨੇ। ਅੱਜ ਉਹਨਾਂ ਨੇ ਧਮਕੀ ਦੇ ਦਿੱਤੀ ਕਿ ਅਗਰ ਪ੍ਰਧਾਨ ਮੰਤਰੀ ਨੇ ਬਿੱਲ ਵਾਪਸ ਲਏ ਤਾਂ ਅਸੀਂ ਪ੍ਰਧਾਨ ਮੰਤਰੀ ਬਦਲ ਦਿਆਂਗੇ। ਇਹਨਾਂ ਦੋ ਬੰਦਿਆਂ ਕੋਲੇ ਤਾਕਤ ਆ ਪ੍ਰਧਾਨ ਮੰਤਰੀ ਬਣਾਉਣ ਦੀ ਔਰ ਬਦਲਣ ਦੀ। ਇਹ ਦੋ ਬੰਦੇ ਨੇ ਜੋ ਦੇਸ਼ ਦੇ ਵਿੱਚ ਸਾਰਾ ਕੁਝ ਕਰ ਸਕਦੇ ਨੇ। ਦੁਨੀਆ ਬੈਠੀ ਹੈ ਕਰਨ ਵਾਲੀ, ਸਾਡਾ ਕਿਸਾਨ ਬੈਠਾ, ਸਾਡਾ ਮਜ਼ਦੂਰ ਬੈਠਾ, ਸਾਡਾ ਜਿਹੜਾ ਛੋਟਾ ਵਪਾਰੀ ਬਰਬਾਦ ਕਰ ਦਿੱਤਾ ਤੁਸੀਂ, ਉਹ ਵੀ ਅੱਜ ਉੱਠ ਕੇ ਖੜਾ ਹੋ ਗਿਆ। ਜੇ ਤੁਸੀਂ ਦੇਸ਼ ਨੂੰ ਬਰਬਾਦ ਕਰਨ ਵਾਸਤੇ ਸੋਚਿਆ ਨਾ ਤਾਂ ਦੇਸ਼ ਨੂੰ ਬਚਾਉਣ ਵਾਲਾ ਵੀ ਸਤਿਗੁਰ ਬੈਠਾ। ਗੁਰੂ ਤੇਗ ਬਹਾਦਰ ਜੀ ਦੀ ਐਸੀ ਕਲਾ ਵਰਤ ਰਹੀ ਆ ਉੱਥੇ। ਦੇਖ ਲਿਆ ਨਾ, ਦੇਖ ਲਿਆ ਸਾਡੇ ਕਿਸਾਨ ਵੀਰ, ਸਾਡਾ ਸਾਰਾ ਭਾਈਚਾਰਾ ਸਾਰੀ ਦੁਨੀਆ ਨੂੰ ਰਜਾ ਰਿਹਾ, ਦਿੱਲੀ ਨੂੰ ਰਜਾ ਰਿਹਾ ਉੱਥੇ। ਔਰ ਜਿਹੜੇ ਲੋਕਾਂ ਨੇ ਕਦੇ 2 ਟਾਈਮ ਦੀ ਰੋਟੀ ਨਹੀਂ ਸੀ ਨਾ ਖਾਧੀ, ਉਹ ਵੀ ਅੱਜ ਰੱਜ ਕੇ ਰੋਟੀ ਖਾ ਰਹੇ ਨੇ ਉੱਥੇ। ਮੋਦੀ ਸਾਹਿਬ ਇਹ ਉਹ ਕੌਮ ਹੈ ਜਿਹਨੇ ਬੜੀਆਂ ਸ਼ਹਾਦਤਾਂ ਦਿੱਤੀਆਂ, ਬੜੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ। ਅੱਜ ਜਿਹੜਾ ਤੁਸੀਂ ਨਿੱਘ ਮਾਰ ਰਹੇ ਹੋ ਨਾ ਆਜ਼ਾਦੀਆਂ ਦਾ, ਇਹ ਸਾਡੇ ਪੰਜਾਬ ਦੇ ਵੀਰਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਔਰ ਸਾਡਿਆਂ ਨੇ ਕੁਰਬਾਨੀਆਂ ਦੇ ਨਾਲ ਅੱਜ ਇਹ ਦੇਸ਼ ਆਜ਼ਾਦ ਹੋਇਆ ਸੀ। ਮੋਦੀ ਸਾਹਿਬ ਇਹਨੂੰ ਕੋਈ ਭੁੱਲ ਨਾ ਜਾਓ, ਸਾਡੀਆਂ ਕੁਰਬਾਨੀਆਂ ਨੂੰ ਭੁੱਲੋ ਨਾ, ਸਾਡੀਆਂ ਕੁਰਬਾਨੀਆਂ ਨੂੰ ਯਾਦ ਰੱਖੋ। ਯਾਦ ਰੱਖ ਕੇ ਅੱਜ ਦੇਸ਼ ਦੀ ਹਿੰਦ ਦੀ ਚਾਦਰ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਤੁਹਾਡੇ ਸਾਡੇ ਸਾਰੇ ਹਿੰਦੂ ਵੀਰਾਂ ਵਾਸਤੇ ਬਲੀਦਾਨ ਦਿੱਤਾ ਕਿ ਆਪਣੇ ਸਾਰੇ ਦੇਸ਼ ਦੀ ਆਵਾਮ ਨੂੰ ਬਚਾਇਆ, ਜੰਜੂ ਤਿਲਕ ਦੀ ਰੱਖਿਆ ਕੀਤੀ। ਤੇ ਤੁਸੀਂ ਸਾਡੇ ਵੀਰਾਂ ਨੂੰ ਜਿਹੜੇ ਆਪਣਾ ਹੱਕ ਲੈਣ ਆਏ ਨੇ ਉਹਨਾਂ ਨੂੰ ਅੱਤਵਾਦੀ ਦੱਸ ਰਹੇ ਹੋ। ਇਹ ਕਿੱਧਰ ਦਾ ਨਿਆਂ ਹੈ ਬਈ? ਜੇ ਤੁਸੀਂ ਕਰੋ ਤੇ ਤੁਸੀਂ ਸੱਤਿਆਵਾਦੀ, ਤੇ ਜੇ ਸਾਡਾ ਕੋਈ ਹੱਕ ਮੰਗ ਲੇ ਤੇ ਉਹ ਅੱਤਵਾਦੀ। ਅੱਤਵਾਦੀ ਤਾਂ ਵੱਡੇ ਤੁਸੀਂ ਹੋ, ਜਿਹੜਾ ਤੁਸੀਂ ਅੱਤਵਾਦ ਫੈਲਾਇਆ ਨਾ। ਆ ਕੀ ਇਹ ਰੋਜ਼ ਦਾ ਤੁਹਾਨੂੰ ਨਹੀਂ ਦੇਖਦਾ? 3 ਮਹੀਨੇ ਹੋ ਗਏ ਨੇ ਸਾਡੇ ਕਿਸਾਨਾਂ ਨੂੰ ਬੈਠਿਆਂ ਨੂੰ, ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਕੁੰਡਲੀ ਬਾਰਡਰ ਤੇ ਬੈਠਿਆਂ ਨੂੰ। ਪਹਿਲਾਂ ਤਾਂ ਸਾਰੇ ਸੰਘਰਸ਼ ਵੈਸੇ ਚਲਾਇਆ, ਅੱਜ ਉਹਨਾਂ ਨੂੰ 1.5 ਮਹੀਨਾ 1.25 ਮਹੀਨਾ ਹੋ ਚੱਲਿਆ ਬੈਠਿਆਂ ਨੂੰ ਇੰਨੀ ਵੱਡੀ ਠੰਡ ਦੇ ਵਿੱਚ। ਕੀ ਤੁਸੀਂ ਸੋਚ ਰਹੇ ਹੋ ਕਿ ਇਹਨਾਂ ਦੇ ਵਿੱਚ ਜਾਨ ਨਹੀਂ? ਤੁਸੀਂ ਉੱਥੇ ਬੈਠ ਕੇ ਤੂੰ ਅੱਜ ਤਿੱਕਣ ਕਦੇ ਆ ਕੇ ਕਿਸਾਨਾਂ ਦੇ ਵਿੱਚ ਬੈਠਾ? ਅੱਜ ਤਿੱਕਣ ਆ ਕੇ ਕਿਸਾਨਾਂ ਦੀ ਗੱਲ ਸੁਣੀ ਹੈ? ਜੇ ਕਿਧਰੇ ਆ ਕੇ ਕਿਸਾਨਾਂ ਦੀ ਗੱਲ ਸੁਣੀ ਹੁੰਦੀ ਨਾ ਮੋਦੀ ਸਾਹਿਬ, ਅੱਜ ਤੈਨੂੰ ਵੀ ਪਤਾ ਲੱਗਣਾ ਚਾਹੀਦਾ ਸੀ ਕਿਸਾਨ ਕਿਹੜੀ ਹਾਲਾਤ ਦੇ ਵਿੱਚ ਅੱਜ ਦਿੱਲੀ ਦੇ ਵਿੱਚ ਬੈਠੇ ਨੇ।
ਕੱਲਾ ਪੰਜਾਬ ਹੀ ਨਹੀਂ, ਪੰਜਾਬ ਹਰਿਆਣਾ ਸਾਰਾ ਦੇਸ਼ ਤੇਰੇ ਤੋਂ ਦੁਖੀ ਹੋ ਗਿਆ ਹੈ। ਤੇਰੀ ਇਸ ਲੀਡਰਸ਼ਿਪ ਤੋਂ। ਤੁਹਾਡੇ ਆ ਜਿਹੜੇ 4-5 ਤੁਸੀਂ ਛੱਡੇ ਹੋਏ ਨੇ, ਅਸ਼ਵਨੀ ਵਰਗੇ ਜਾਂ ਗਰੇਵਾਲ ਵਰਗੇ, ਇਹ ਕੀ ਹੈ? ਇੱਕ ਲੀਡਰੀ ਦੀ ਇੱਕ ਟਿਕਟ ਦੀ ਖਾਤਰ ਗਰੇਵਾਲ ਝੂਠ ਬੋਲ ਰਿਹਾ, ਗਰੇਵਾਲ ਦੇਸ਼ ਨੂੰ ਪੰਜਾਬ ਨੂੰ ਮਾੜਾ ਬੋਲ ਰਿਹਾ, ਪੰਜਾਬੀਅਤ ਨੂੰ ਮਾੜਾ ਬੋਲ ਰਿਹਾ। ਇਹਨੂੰ ਟਿਕਟਾਂ ਮਿਲ ਜਾਣਗੀਆਂ? ਇਹ ਟਿਕਟਾਂ ਟੁਕਟਾਂ ਤੈਨੂੰ ਬੱਸ ਦੀ ਟਿਕਟ ਹੀ ਮਿਲੇਗੀ ਗਰੇਵਾਲ ਸਾਹਿਬ, ਇੱਥੇ ਤੈਨੂੰ ਕੁਝ ਨਹੀਂ ਮਿਲਣਾ। ਹੋਰ ਵੀ ਤਾਂ ਲੀਡਰ ਹੈਗੇ ਨੇ, ਤੋਮਰ ਵਰਗੇ ਨੇ, ਜੇ ਵੱਡੇ ਲੀਡਰ ਨੇ, ਉਹਨਾਂ ਨੇ ਕਦੇ ਮਾੜਾ ਬੋਲਿਆ? ਇੱਕ ਤੂੰ ਹੀ ਹੈ ਜਿਹੜਾ ਮਾੜਾ ਬੋਲੀ ਜਾਣਾ, ਹਰ ਜਗ੍ਹਾ ਤੇ ਮਾੜਾ ਬੋਲਦਾ ਤੂੰ। ਫਿਰ ਤੂੰ ਕਹਿੰਦਾ ਵੀ ਜੇ ਮੈਂ ਕੋਈ ਗੱਲ ਕਰਦਾ ਤਾਂ ਮੈਨੂੰ ਬਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਨੇ, ਮੈਨੂੰ ਫਲਾਣੇ ਦਾ ਕੁੱਤਾ ਦੱਸਦੇ ਨੇ, ਤੇ ਤੂੰ ਫਿਰ ਹੈ ਆ ਤਾਂ ਅਗਲੇ ਦੱਸਦੇ ਨੇ। ਜੇ ਤੂੰ ਸਹੀ ਗੱਲ ਕਰਦਾ, ਤੈਨੂੰ ਵੀ ਪੰਜਾਬ ਦੀ, ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਰੋ ਤੁਸੀਂ ਵੀ ਪੰਜਾਬ ਵਾਸੀ ਹੋ, ਤੁਸੀਂ ਵੀ ਰੋਟੀ ਖਾਂਦੇ ਹੋ। ਜੇ ਤੁਸੀਂ ਰੋਟੀ ਖਾਣੀ ਹੈ ਨਾ ਤੇ 15-15 ਹਜ਼ਾਰ ਨੂੰ ਕੁਆਂਟਲ ਕਣਕ ਤੁਹਾਨੂੰ ਵੀ ਲੈ ਕੇ ਖਾਣੀ ਪੈਣੀ ਹੈ, ਤੁਹਾਡੇ ਵੀ ਬੱਚੇ ਨੇ। ਅੱਜ ਮੇਰੇ ਸਾਡੇ ਇੱਕ ਉੱਤਰਾਖੰਡ ਦੇ ਕਿਸਾਨ ਨੇ ਇੱਕ ਗੋਭੀ ਦਾ ਫੁੱਲ ਲਿਆਂਦਾ ਹੈ 500 ਗ੍ਰਾਮ ਦਾ, ਉਹਦੀ ਪੈਕਿੰਗ ਹੋਈ ਹੈ, ਉੱਤੇ ਬਿੱਲ ਨੰਬਰ ਲੱਗਿਆ, ਸਾਰਾ ਕੁਝ ਲੱਗਿਆ, ਔਰ ਉਸ ਕੰਪਨੀ ਨੇ ਰੇਟ ਰੱਖਿਆ 300 ਰੁਪਈਆ ਅੱਧਾ ਕਿਲੋ ਦਾ, 600 ਰੁਪਏ ਕਿਲੋ। 60,000 ਨੂੰ ਕੁਆਂਟਲ ਗੋਭੀ, ਜਿਹੜੀ ਸਾਡੇ ਕਿਸਾਨਾਂ ਕੋਲੋਂ 400 ਰੁਪਏ ਕੁਆਂਟਲ ਲਈ ਗਈ ਹੈ, ਤੇ 60,000 ਨੂੰ ਕੁਆਂਟਲ ਉਹ ਦੇ ਰਹੇ ਨੇ। ਆਹ ਹਾਲਾਤ ਹੋਣੇ ਨੇ ਦੇਸ਼ ਦੇ ਵਿੱਚ ਜੇ ਇਹ ਬਿੱਲ ਵਾਪਸ ਨਾ ਹੋਏ। ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ, ਤਕੜੇ ਹੋ ਕੇ ਇਹ ਬਿੱਲ ਵਾਪਸ ਕਰਾ ਲਓ, ਚੰਗੇ ਰਹਿ ਜਾਓਗੇ। ਅਗਰ ਇਹ ਬਿੱਲ ਵਾਪਸ ਨਹੀਂ ਹੁੰਦੇ ਕਿਸੇ ਵੀ ਕਾਰਨ, ਪਹਿਲੀ ਗੱਲ ਤਾਂ ਸਾਡੇ ਕਿਸਾਨ ਵੀ ਅਸੀਂ ਉਹਨਾਂ ਚਿਰ ਉੱਠਾਂਗੇ ਨਹੀਂ, ਸਾਨੂੰ ਭਾਵੇਂ 6 ਮਹੀਨੇ ਲੱਗ ਜਾਣ, ਸਾਲ ਲੱਗ ਜੇ, ਸਾਡੀਆਂ ਸੰਗਤਾਂ ਉੱਥੇ ਡਟੀਆਂ ਬੈਠੀਆਂ ਨੇ। ਇਹ ਬਿੱਲ ਵਾਪਸ ਕਰਾ ਕੇ ਹਟਾਂਗੇ। ਇਹ ਬਿੱਲ ਕਿਸੇ ਤਰ੍ਹਾਂ ਵੀ, ਜਿਵੇਂ ਅੱਜ ਸਾਨੂੰ ਪਤਾ ਲੱਗਿਆ ਹੈ ਕਿ ਅੰਬਾਨੀ ਨੇ ਇੱਕ ਧਮਕੀ ਦਿੱਤੀ ਹੈ ਕਿ ਜੇ ਬਿੱਲ ਮੋਦੀ ਨੇ ਵਾਪਸ ਲਏ ਤਾਂ ਅਸੀਂ ਪ੍ਰਧਾਨ ਮੰਤਰੀ ਬਦਲ ਦਿਆਂਗੇ। ਯਾਰ ਤੂੰ ਕੌਣ ਨਾ ਪ੍ਰਧਾਨ ਮੰਤਰੀ ਬਦਲਣ ਵਾਲਾ ਜਾਂ ਬਦਲਾਉਣ ਵਾਲਾ? ਸਾਡੇ ਦੇਸ਼ ਦੀ ਜਨਤਾ ਦੱਸੇਗੀ ਕਿਹਨੂੰ ਬਣਾਉਣਾ ਹੈ। ਅਸੀਂ ਤੈਨੂੰ ਹੀ ਨਹੀਂ ਦੇਸ਼ ਦੇ ਵਿੱਚ ਰਹਿਣ ਦੇਣਾ, ਤੇਰਾ ਦੇਸ਼ ਦੇ ਵਿੱਚ ਕਾਰੋਬਾਰ ਨਹੀਂ ਚੱਲਣ ਦੇਣਾ। ਅਗਰ ਤੂੰ ਐਡਾ ਸਿਆਣਾ ਹੁੰਦਾ, ਤੇਰੇ ਕੋਲੇ ਪੈਸੇ ਦੀ ਘਾਟ ਹੈ, ਕੀ ਕਰੋਗੇ? ਨਾਲ ਲੈ ਕੇ ਜਾਓਗੇ? ਨਾਲ ਲੈ ਕੇ ਗਿਆ ਕੋਈ? ਉਹ ਤੁਹਾਡੇ ਕੋਲੇ ਕਮੀ ਹੈ ਕਿਸੇ ਗੱਲ ਦੀ? ਕਿਉਂ ਸਾਰੀ ਜਨਤਾ ਦੀਆਂ ਬਦਦੁਆਵਾਂ ਲੈ ਕੇ, ਸਾਰੇ ਦੇਸ਼ ਦੇ ਗਰੀਬਾਂ ਦੀਆਂ ਬਦਦੁਆਵਾਂ ਲੈ ਕੇ ਜਿਹੜਾ ਤੁਸੀਂ ਸਾਮਰਾਜ ਖੜਾ ਕੀਤਾ ਨਾ, ਇਹ ਜਾਣ ਲੱਗਿਆ ਪਤਾ ਨਹੀਂ ਲੱਗਣਾ ਕਦੋਂ ਚਲਾ ਗਿਆ। ਤੇ ਤੁਹਾਡੇ ਬੱਚਿਆਂ ਨੂੰ ਜਿੱਦਣ ਦਿਹਾੜੀਆਂ ਕਰਨੀਆਂ ਪੈਣਗੀਆਂ ਨਾ, ਪਤਾ ਉਦੋਂ ਲੱਗੇਗਾ ਤੁਹਾਨੂੰ ਕਿ ਕਿਸਾਨ ਕੀ ਹੁੰਦਾ, ਗਰੀਬ ਕੀ ਹੁੰਦਾ ਹੈ। ਅੱਜ ਤੁਹਾਨੂੰ ਪੈਸੇ ਦਾ ਹੰਕਾਰ ਹੈ, ਤੁਸੀਂ ਸਾਰੇ ਦੇਸ਼ ਦੇ ਵਿੱਚ ਲੁੱਟ ਕੇ ਖਾ ਗਏ ਹੋ, ਵਿਦੇਸ਼ਾਂ ਦੇ ਵਿੱਚ ਤੁਹਾਡਾ ਸਾਰਾ ਸਿਸਟਮ ਹੈ। ਅਡਾਨੀ ਸਾਹਿਬ, ਤੈਨੂੰ ਮੈਂ ਇੱਕ ਵਾਰਨਿੰਗ ਦੇਣੀ ਚਾਹੁੰਦਾ, ਇਹ ਪੰਜਾਬ ਹੈ ਜਿਹੜੀ ਸਕੀਮ ਤੁਸੀਂ ਲਾਈ ਬੈਠੇ ਹੋ ਨਾ ਕਿ ਪੰਜਾਬ ਦੀਆਂ ਜ਼ਮੀਨਾਂ ਅਸੀਂ ਆਪਦੇ ਅੰਡਰ ਕਰਕੇ ਔਰ ਇੱਥੇ ਵੱਡੇ ਵੱਡੇ ਮਾਲ ਬਣਾ ਕੇ ਜ਼ਮੀਨਾਂ ਸਾਰੀਆਂ ਦੇ ਵਿੱਚ ਖੇਤੀ ਕਰਾਵਾਂਗੇ ਔਰ ਇੱਥੋਂ ਸਿੱਧਾ ਪਾਕਿਸਤਾਨ ਦਾ ਲਾਂਘਾ ਖੋਲ ਕੇ ਇੱਧਰ ਦੀ ਵਪਾਰ ਕਰਾਂਗੇ। ਇਹ ਤੁਹਾਡੀ ਮਨਸ਼ਾ ਕਦੇ ਪੂਰੀ ਨਹੀਂ ਹੋਣ ਦਿਆਂਗੇ ਅਸੀਂ, ਕਿਉਂਕਿ ਅਸੀਂ ਪੰਜਾਬੀ ਹਾਂ। ਪੰਜਾਬ ਦੇ ਨਾਲ ਬੜੇ ਵੱਡੇ ਵੱਡੇ ਧੱਕੇ ਹੋਏ ਨੇ। ਉਹ ਯਾਰ ਸਿਕੰਦਰ ਨੇ ਵੀ ਬੜਾ ਕੁਝ ਲੁੱਟਿਆ ਸੀ, ਅਰੇ ਉਹਨੇ ਸਾਰਾ ਦੇਸ਼ ਲੁੱਟਿਆ, ਉਹਨੇ ਪੈਸਾ ਨਹੀਂ ਛੱਡਿਆ ਤੇ ਜਾਣ ਲੱਗਾ ਖਾਲੀ ਹੱਥ ਗਿਆ ਸੀ ਕਿ ਨਹੀਂ ਗਿਆ? ਅੰਬਾਨੀ ਸਾਹਿਬ, ਅਡਾਨੀ ਸਾਹਿਬ, ਜਾਣਾ ਤੁਸੀਂ ਵੀ ਖਾਲੀ ਹੱਥ ਹੈ, ਸਭ ਨੇ ਖਾਲੀ ਹੱਥ ਜਾਣਾ ਹੈ। ਜੇ ਜੋੜ ਕੇ ਕੋਈ ਤੁਸੀਂ ਕੋਈ ਵੱਡਾ ਮੱਲਾ ਨਹੀਂ ਮਾਰ ਰਹੀਆਂ, ਠੀਕ ਹੈ, ਤੁਸੀਂ ਸਾਡੇ ਕੋਲ ਪੈਸਾ, ਤੁਹਾਨੂੰ ਉਹਦਾ ਹੰਕਾਰ ਹੈ ਕਿ ਸਾਰਾ ਦੇਸ਼ ਸਾਡੇ ਅੰਡਰ ਹੈ, ਲੇਕਿਨ ਨਹੀਂ, ਇਹ ਗੱਲ ਭੁੱਲ ਜਾਓ ਕਿ ਪਰਮਾਤਮਾ ਦੀ ਜਦੋਂ ਲਾਠੀ ਚੱਲਦੀ ਹੈ ਨਾ, ਉਹ ਫਿਰ ਕੁਛ ਨਹੀਂ ਦੇਖਦੀ। ਉਦੋਂ ਪਤਾ ਲੱਗਣਾ ਜਿੱਦਾਂ ਤੁਹਾਨੂੰ ਸਾਡੇ ਬਰਾਬਰ ਲਿਆ ਕੇ ਖੜਾ ਕੀਤਾ ਗੁਰੂ ਪਾਤਸ਼ਾਹ ਨੇ, ਤੇ ਜਿਸ ਦਿਨ ਤੁਸੀਂ ਤੇਰੇ ਬੱਚੇ ਦਿਹਾੜੀਆਂ ਕਰਨ ਲੱਗੇ ਨਾ, ਉਸ ਦਿਨ ਤੈਨੂੰ ਪਤਾ ਲੱਗੇਗਾ ਕਿ ਕੀ ਹੁੰਦਾ ਹੈ, ਕਿ ਗਰੀਬੀ ਕੀ ਹੁੰਦੀ ਹੈ ਔਰ ਕਿਸਾਨ ਕੀ ਕਰਦਾ ਹੈ। ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਕਿਸਾਨ ਜਾ ਕੇ ਪਾਣੀ ਲਾਉਂਦਾ ਹੈ, ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਜਾ ਕੇ ਕਿਸਾਨ ਆਪਣੀ ਫਸਲ ਪੈਦਾ ਕਰਦਾ ਹੈ, ਔਰ ਤੁਸੀਂ ਸਾਡੀ ਫਸਲ ਦਾ ਮੁੱਲ ਹੀ ਨਹੀਂ ਦੇ ਰਹੇ। ਤੁਸੀਂ ਸਾਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਤੁਹਾਡੀ ਜਿਹੜੀ ਮਨਸਾ ਪੂਰੀ ਨਹੀਂ ਹੋਣ ਦਿਆਂਗੇ। ਤੁਸੀਂ ਸੋਚਦੇ ਹੋ ਕਿ ਇੱਥੋਂ ਅਸੀਂ ਪੈਦਾਵਾਰ ਕਰਕੇ ਜਿਸ ਦਿਨ ਬਿੱਲ ਲਾਗੂ ਹੋ ਗਏ ਉਸ ਦਿਨ ਮੋਦੀ ਸਾਹਿਬ ਨੂੰ ਸਾਨੂੰ ਪਤਾ ਹੈ ਕਿ ਤੂੰ ਸਵਾਮੀਨਾਥਨ ਰਿਪੋਰਟ ਵੀ ਲਾਗੂ ਕਰੇਗਾ। ਜਿਸ ਦਿਨ ਤੂੰ ਸਵਾਮੀਨਾਥਨ ਰਿਪੋਰਟ ਵੀ ਲਾਗੂ ਕਰੇਗਾ ਔਰ ਇਹਨਾਂ ਨੂੰ ਅਡਾਨੀਆਂ ਬਾਨੀਆਂ ਨੂੰ ਇੱਥੇ ਸਭ ਫਸਲਾਂ ਬੀਜਣ ਦੀ ਇਜਾਜ਼ਤ ਵੀ ਦੇਵੇਗਾ, ਤੁਹਾਡੀ ਖਸਖਸ ਦੀ ਖੇਤੀ ਵੀ ਤੂੰ ਇਹਨਾਂ ਤੋਂ ਕਰਾਏਗਾ, ਇਹਨਾਂ ਨੂੰ ਸਾਰੇ ਅਧਿਕਾਰ ਦੇਵੇਗਾ, ਕਿਉਂਕਿ ਪ੍ਰਧਾਨ ਮੰਤਰੀ ਉਹ ਨੇ, ਮੋਦੀ ਸਾਹਿਬ ਤੁਸੀਂ ਨਹੀਂ। ਤੁਹਾਨੂੰ ਤਾਂ ਉਹ ਜੋ ਹੁਕਮ ਕਰਦੇ ਨੇ ਤੁਸੀਂ ਉਹ ਸੁਣਦੇ ਹੋ, ਉਹਨਾਂ ਦੇ ਹੁਕਮ ਤੇ ਤੂੰ ਚੱਲ ਰਿਹਾ। ਕਿ ਦੇਸ਼ ਦਾ ਪ੍ਰਧਾਨ ਮੰਤਰੀ ਦਾ ਇਹ ਕੰਮ ਨਹੀਂ ਹੁੰਦਾ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਰੇ ਪਾਸੇ ਵੇਖਣਾ ਹੁੰਦਾ ਹੈ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਟਲ ਜੋ, ਇਹ ਆਪਣੇ ਬਿੱਲ ਵਾਪਸ ਲਾਓ, ਸਾਡੇ ਸੰਗਤਾਂ ਨੂੰ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਵਾਪਸ ਆਉਣ ਔਰ ਸਾਰਾ ਦੇਸ਼ ਖੁਸ਼ਹਾਲ ਹੋਏ, ਖੁਸ਼ੀਆਂ ਖੇੜਿਆਂ ਨਾਲ ਵਸੇ। ਇਹੀ ਮੇਰੀ ਬੇਨਤੀ ਹੈ। ਮੋਦੀ ਸਾਹਿਬ ਅਜੇ ਸਮਝੋ, ਤੋਮਰ ਸਾਹਿਬ ਤੈਨੂੰ ਵੀ ਪਤਾ ਲੱਗ ਜਾਏਗਾ ਜਿੱਦਾਂ ਤੁਸੀਂ ਦੁਬਾਰਾ ਪਿੰਡਾਂ ਜਾਓਗੇ, ਲੋਕਾਂ ਕੋਲੋਂ ਵੋਟ ਮੰਗਣ ਜਾਓਗੇ ਨਾ, ਤੇ ਤੁਹਾਨੂੰ ਕਿਸੇ ਨੇ ਘਰਾਂ ਦੇ ਨੇੜੇ ਨਹੀਂ ਲੱਗਣ ਦੇਣਾ। ਤੁਹਾਨੂੰ ਵੋਟਾਂ ਚਾਹੀਦੀਆਂ, ਵੋਟਾਂ ਛੱਡੋ, ਤੁਹਾਨੂੰ ਕਿਸੇ ਨੇ
ਜੁੱਤੀਆਂ ਮਾਰ ਮਾਰ ਕੇ ਭਜਾਉਣਗੇ ਲੋਕ। ਨਾ ਕਰੋ ਇਹ, ਨਾ ਕਰੋ। ਸਮਝੋ ਇਹ ਲਾਓ ਬਿੱਲ ਵਾਪਸ। ਕੀ ਲੈਣਾ ਤੁਸੀਂ? ਪਤਾ ਨਹੀਂ ਤੁਹਾਡੀ ਕਿੰਨੀ ਕੁ ਜ਼ਿੰਦਗੀ ਹੈਗੀ ਹੈ, ਕਿੰਨੀ ਕੁ ਨਹੀਂ ਹੈਗੀ। ਖਰੇ ਕਿਸੇ ਦੀ 10 ਸਾਲ ਹੈ, ਕਿਸੇ ਦੀ ਸਾਲ ਹੈ, ਕਿਸੇ ਦੀ 4 ਸਾਲ ਹੈ, ਤਾਂ ਤੁਸੀਂ ਸਾਰਾ ਦੇਸ਼ ਦਾ ਬੇੜਾ ਗਰਕ ਕਰਕੇ ਹੀ ਜਾਣਾ। ਕੱਲ ਨੂੰ ਯਾਦ ਰੱਖਣਗੀਆਂ ਤੁਹਾਡਾ ਇਤਿਹਾਸ ਰਚਿਆ, ਜਿਹੜਾ ਇਤਿਹਾਸ ਰਚ ਰਹੇ ਨਾ ਸਾਡੇ ਪੰਜਾਬ ਦੇ ਔਰ ਹਰਿਆਣੇ ਦੇ ਜਾਂ ਦੇਸ਼ ਦੇ ਲੋਕ, ਇਹ ਆਉਂਦੀਆਂ ਕੌਮਾਂ ਤੱਕ ਯਾਦ ਰਹੇਗਾ। ਤੇ ਤੁਸੀਂ ਇਹ ਚੀਜ਼ਾਂ ਨੂੰ ਭੁੱਲ ਜਾਓ ਤੇ ਇਹ ਬਿੱਲ ਆਪਣੇ ਵਾਪਸ ਲਓ। ਮਿਹਰਬਾਨੀ, ਧੰਨਵਾਦ।